इमिग्रेशन का मसला पंजाब में सबसे बड़ा है। कारण क्या है कि सबसे ज़्यादा जो पंजाबी है वो कनाडा, लंदन और अमेरिका में बसते हैं। इमिग्रेशंस को लेकर ह्यूमन राइट कमीशन की तरफ से एक बड़ा एक्शन लिया गया। हालांकि मुहिम लंबे समय से चल रही थी, लेकिन एक ऐसे इमिग्रेशन फ्रॉड को पकड़ा गया है जो सबसे बड़ी जो मछली थी उसके खिलाफ अब FIR तक नहीं हो पा रही थी, लेकिन अब तो उसको गिरफ्तार कर लिया गया। हमारे साथ इस समय ह्यूमन राइट कमीशन के चेयरमैन शंटी सर मौजूद है। शंटी सर, एक ऐसा शख्स जिसको लोग हाथ डालने से भी डरते थे, आपने सीधा जेल में डलवा दिया। हाथ डालना तो दूर दी गल है जी। जो लुट गए थे 10-10, 20-20 लाख दे के हजारों लोग, हजारों कह रहा हूँ मैं, क्योंकि एक दिन में ही मेरे पास 272 कंप्लेंट आई थी पीछे, एक दिन के अंदर। मेरे पास कॉपी है पूरी उसकी। जब वो उस दुकान पे जाते हैं तो उन्होंने वहाँ पे मार्शल रखे हुए हैं, मस्टंडे रखे हुए हैं पिटाई करने के लिए। वीज़ा पैलेस, फलाना पैलेस, 3 दुकानें अलग अलग खोली हुई थी। और पता नहीं कितनी की उसकी सेटिंग थी कि डर ही नहीं था उनको। कोई केरल से आ गया, कोई गुजरात से आया, कोई दिल्ली से आया, सबको लूटे जा रहे हैं, लूटे जा रहे हैं, लूटे जा रहे हैं। और हमने जो मिशन चला रखा है कि फेक वीज़ा और फेक इमिग्रेशन के ख़िलाफ़, और एज़ पर द प्रिवेंशन एक्ट 2012 पंजाब का जो बना हुआ है उसके ऊपर अमल करते हुए पहले तो हमने ऑल DC से लिस्ट मंगाई। देखा कि तो उस लिस्ट में नहीं है, तो फ्रॉड है, इसका तो उसकी दुकान ही नहीं है रजिस्टर्ड। तो SSP साहब को कहा गया और कल ऑपरेशन सेल टीम ने अमरजीत सिंह सन ऑफ कुलदीप सिंह, रेजिडेंट्स ऑफ 1831 सेक्टर 126 मुंडी खरर मोहाली, ऑनर ऑफ द वीज़ा पैलेस, इमिग्रेशन कंसल्टेंट फेज 3 मोहाली, ही वाज द वांटेड ऑन FIR नंबर 102 डेटेड 19/7/26 अंडर सेक्शन 316। ये सारा कल उसको गिरफ्तार करा दिया गया है। ये ऐतिहासिक काम हुआ है। ऐसे ही होगा अब जो लोग सर ਇਹਦੇ ਖਿਲਾਫ ਜਿਹੜੀ ਵੱਡੀ ਕਾਰਵਾਈ ਹੋਈ ਹੈ ਤੇ ਜਿਹੜੇ ਹੁਣ ਛੋਟੀਆਂ ਮਛਲੀਆਂ ਸੀ ਤੇ ਉਹਨਾਂ ਦੇ ਵਿੱਚ ਵੀ ਇੱਕ ਡਰ ਹੋਊਗਾ ਜਿਹੜੀ ਭੱਜਦੀਆਂ ਫਿਰ ਰਹੀਆਂ ਸੀ, ਲੱਗਦਾ ਸੀ ਕਿ ਸਾਡੇ ਤੱਕ ਹੱਥ ਨਹੀਂ ਪਾਊਗਾ। ਅਸੀਂ ਕਰਾਂਗੇ, ਅਸੀਂ ਖਤਮ ਕਰਾਂਗੇ। ਜਿਸ ਦੀ ਵੀ ਕੰਪਲੇਂਟ ਇਸ ਤਰੀਕੇ ਨਾਲ ਆਏਗੀ ਕਿ ਉਹ ਨਿਧੜਕ ਹੋ ਕੇ ਉਹ ਸੋਚਦੇ ਨੇ ਕਿ ਸਾਡੇ ਪਤਾ ਕਿੰਨੇ ਕੁ ਲੰਬੇ ਹੱਥ ਪੈਰ ਨੇ, ਅਸੀਂ ਪੈਸਾ ਖਵਾ ਕੇ ਚਲਾ ਲਾਂਗੇ, ਜਿਵੇਂ ਮਰਜ਼ੀ ਚਲਾ ਲਾਂਗੇ। ਗਰੀਬ ਲੋਕ ਆਪਣਾ ਜ਼ਮੀਨਾਂ ਵੇਚ ਕੇ, ਗਹਿਣੇ ਵੇਚ ਕੇ ਬੱਚਿਆਂ ਨੂੰ ਬਾਹਰ ਭੇਜਣ ਦਾ ਸੁਪਨਾ ਦੇਖਦੇ ਨੇ। ਮੇਰਾ ਬੱਚਾ ਵੀ ਹੋਏਗਾ ਤਾਂ ਮੈਂ ਵੀ ਚਾਹਾਂਗਾ ਖੁਸ਼ ਰਹੇ ਜੀ, ਲੇਕਿਨ ਭੇਜਿਆ ਹੀ ਕਿਸੇ ਨੂੰ ਨਹੀਂ। ਜੇ ਕਿਸੇ ਨੂੰ ਦਿੱਤਾ ਤਾਂ ਉਹਨਾਂ ਨੇ ਫੇਕ ਵੀਜ਼ਾ, ਫੇਕ ਇਮੀਗ੍ਰੇਸ਼ਨ, ਫੇਕ ਟਿਕਟ, ਔਰ ਉੱਥੋਂ ਦੀ ਯੂਨੀਵਰਸਿਟੀਆਂ ਦੇ ਲੈਟਰ ਫੇਕ। ਇੱਕ ਬੱਚੇ ਦੀ ਵੀਡੀਓ ਬੜੀ ਸੋਸ਼ਲ ਮੀਡੀਆ ਤੇ ਸਰਦਾਰ ਦੀ ਵਾਇਰਲ, ਜਿਵੇਂ ਕੁੱਟਿਆ ਗਿਆ ਉਸਨੂੰ, ਹਾਲਾਂਕਿ ਉਹ ਵੀ ਗਲਤ ਤਰੀਕੇ ਡੌਂਕੀ ਦੇ ਨਾਲ ਬਾਹਰ ਗਿਆ ਸੀ, ਸਰਦਾਰ ਮੁੰਡਾ ਸੀ, ਉਹਦੇ ਵੀ 300 ਕਿਲੋਮੀਟਰ ਪੈਦਲ ਵੀ ਚੱਲਿਆ ਸੀ ਉਹ। ਇਹ ਸਾਡੇ ਕੋਲ ਆ ਰਹੇ ਨੇ, ਲੇਕਿਨ ਇਸ ਟਾਈਪ ਦੇ ਲੋਕ ਜਿਹੜੇ ਅਸੀਂ ਕੱਲ ਅਰੈਸਟ ਕਰਾਇਆ, ਜਿਹੜੇ ਦੁਕਾਨਦਾਰ ਦਾ ਸਾਨੂੰ ਪਤਾ ਲੱਗਦਾ ਰਹੇਗਾ, ਸਾਡਾ ਇਸ ਤਰ੍ਹਾਂ ਹੀ ਮਿਸ਼ਨ ਚੱਲੇਗਾ। ਹੁਣ ਇੱਕ ਇੱਕ ਕਰਕੇ ਅਸੀਂ ਦੁਕਾਨਾਂ ਬੰਦ ਕਰਾਉਣੀਆਂ। ਔਰ ਖੁਸ਼ੀ ਦੀ ਗੱਲ ਇਹ ਹੈ ਕਿ ਜੋ ਪ੍ਰੀਵੈਂਸ਼ਨ ਐਕਟ ਪੰਜਾਬ 'ਚ ਪਾਸ ਹੋਇਆ ਸੀ, ਇੱਕ ਹਫ਼ਤਾ ਪਹਿਲੇ ਚੰਡੀਗੜ੍ਹ ਨੇ ਵੀ ਉਹਨੂੰ ਅਡਾਪਟ ਕਰ ਲਿੱਤਾ ਹੈ, ਉਹ ਅਨਾਊਂਸ ਕਰ ਦਿੱਤਾ ਉਹਨਾਂ ਨੇ। ਔਰ ਸੈਕਟਰ 17 ਦੇ ਵਿੱਚ, ਸੈਕਟਰ 34, 35 ਦੇ ਵਿੱਚ ਜਿੰਨੀਆਂ ਮਛਲੀਆਂ ਘੁੰਮ ਰਹੀਆਂ ਨੇ ਜਾਲ ਵਿਛਾ ਕੇ, ਇਹ ਤਿਆਰ ਹੋ ਜਾਣ। ਇਹਨਾਂ ਨੂੰ ਬਖਸ਼ਾਂਗੇ ਨਹੀਂ ਅਸੀਂ। ਸਾਨੂੰ ਪਰਸਨਲ ਰੇਡ ਕਰਾਉਣੀ ਪਏਗੀ, ਬਾਈ ਨੇਮ ਰੇਡ ਕਰਾਉਣੀ ਪਏਗੀ, ਅਖਬਾਰਾਂ 'ਚ ਨਾਮ ਦੇਣਾ ਪਏਗਾ। ਅਸੀਂ ਪੂਰਾ ਪ੍ਰੈਸ਼ਰ ਕਰਕੇ ਉਹਨਾਂ ਨੂੰ ਅਰੈਸਟ ਕਰਾਵਾਂਗੇ ਹਰ ਹਾਲਤ ਦੇ ਵਿੱਚ। ਉਹਨਾਂ ਲੋਕਾਂ ਨੂੰ ਆਫਿਸ ਜਿਸ ਏਰੀਆ ਦੇ ਵਿੱਚ ਹੈ, ਇੱਥੇ ਤਾਂ ਹੱਬ ਹੀ ਸਿਰਫ ਇਮੀਗ੍ਰੇਸ਼ਨ ਦਾ ਹੈ। ਸ਼ਾਇਦ ਉਹੀ ਉਹਨਾਂ ਦਾ ਕਾਲ ਬਣ ਰਿਹਾ ਜੀ। ਹੁਣ ਹਰ ਚੀਜ਼ ਦਾ ਇੱਕ ਸਮੇਂ ਹੁੰਦਾ ਹੈ, ਨਹੀਂ ਕਿਸੇ ਨੇ ਧਿਆਨ ਦਿੱਤਾ ਪਹਿਲੇ, ਹੁਣ ਅਸੀਂ ਪੂਰਾ ਧਿਆਨ ਦੇ ਰਹੇ। ਮੇਰਾ ਫੋਕਸ ਪੂਰਾ ਇਹਦੇ 'ਤੇ ਹੈਗਾ ਔਰ ਇਹਦਾ ਰਿਜ਼ਲਟ ਤੁਹਾਡੇ ਸਾਹਮਣੇ ਹੈਗਾ। ਇੱਥੇ ਤੱਕ ਕਿ ਕੱਲ ਇੱਕ ਬੱਚੀ ਨੇ ਪਰਸੋਂ ਜ਼ੀਰਕਪੁਰ ਦੇ ਵਿੱਚ ਹੋਟਲ ਦੇ ਵਿੱਚ ਸੁਸਾਈਡ ਵੀ ਕਰ ਲਿਆ, ਕਿਉਂਕਿ ਉਹਦੇ ਕੋਲੋਂ, ਉਹਦੇ ਪਰਿਵਾਰ ਕੋਲੋਂ ਆਈ ਥਿੰਕ 32 ਲੱਖ ਰੁਪਇਆ ਬਾਹਰ ਭੇਜਣ ਦਾ ਲਿੱਤਾ। ਔਰ ਘਰ ਵਾਲੇ ਉਹਨਾਂ ਨੂੰ ਕਹਿੰਦੇ ਨੇ ਗੱਲ ਕਰਾ ਦਿਓ, ਅਤੇ ਫੋਨ 'ਤੇ ਗੱਲ ਕਰਾ ਦਿੰਦੇ ਨੇ। ਕੁੜੀ ਵੀ ਕਹਿ ਦਿੰਦੀ ਹਾਂ ਮੈਂ ਪੈਰਿਸ ਆ ਗਈ ਹਾਂ, ਫਲਾਣੀ ਜਗ੍ਹਾ ਆ ਗਈ ਹਾਂ। ਉਹ ਪਤਾ ਲੱਗਾ ਕੁੜੀ ਤਾਂ ਕਿਤੇ ਗਈ ਨਹੀਂ, ਇੱਥੇ ਹੀ ਹੈ। ਪੈਸੇ ਵੀ ਖਾ ਗਏ, ਕੋਈ ਨੌਕਰੀ ਨਹੀਂ, ਕੋਈ ਵੀਜ਼ਾ ਨਹੀਂ, ਕੋਈ ਸਭ ਫੇਕ ਕੰਮ। ਅਖੀਰ ਆਫਟਰ ਆਲ ਕੁੜੀ ਨੇ ਹੋਟਲ 'ਚ ਕਮਰਾ ਲੈ ਕੇ ਔਰ ਸੁਸਾਈਡ ਕਰ ਲਿਆ ਜੀ। FIR ਦੀ ਕਾਪੀ ਵੀ ਆ ਗਈ ਸਾਡੇ ਕੋਲ, ਜ਼ੀਰਕਪੁਰ 'ਚ FIR ਹੋਈ ਹੈ ਜੀ। ਅਤੇ ਇਸ ਟਾਈਪ ਦੇ ਲੋਕਾਂ ਨੂੰ ਹੁਣ ਪੰਜਾਬ ਸਟੇਟ ਅਤੇ ਚੰਡੀਗੜ੍ਹ ਹਿਊਮਨ ਰਾਈਟ ਕਮਿਸ਼ਨ ਬਖਸ਼ਣ ਵਾਲਾ ਨਹੀਂ ਹੈ। ਕੋਈ ਵੀ ਕੇਸ ਸਾਡੇ ਕੋਲ ਆਏਗਾ, ਅਸੀਂ ਉਹਦੇ ਪੂਰਾ ਕੋਗਨੀਜੈਂਸ ਲੈ ਕੇ ਐਕਸ਼ਨ ਲਾਂਗੇ। ਸਰ, ਗੇੜੀ ਰੂਟ ਨੂੰ ਲੈ ਕੇ ਵੀ ਤੁਸੀਂ ਇੱਕ ਸਮੂਟੋ ਲੱਤਾ ਹੈ, और बड़ा फेमस है गेरी रूट चंडीगढ़ का, ਤੁਹਾਡੇ ਕੋਲ ਮਾਮਲਾ ਪੂਰਾ ਆਇਆ ਸੀਗਾ ਕਿ
ਦੇਖੋ ਸਭ ਨੂੰ ਪਤਾ ਹੈ ਕਿ ਜਿਹੜਾ ਡੀਏਵੀ ਕਾਲਜ ਹੈ ਸੈਕਟਰ 36A ਵਾਲਾ, ਉਹਨੂੰ ਗੇੜੀ ਰੂਟ ਬੜਾ ਮਸ਼ਹੂਰ ਹੈ। ਹਾਂ ਸਰ, ਚੰਡੀਗੜ੍ਹ ਦੇ ਅੰਦਰ ਚੰਡੀਗੜ੍ਹ ਗੇੜੀ ਰੂਟ ਮੈਂ ਵੀ ਬੜਾ ਸੋਚਦਾ ਗੇੜੀ ਰੂਟ ਕੀ ਹੁੰਦਾ ਹੈ। ਉਹ ਪਤਾ ਲੱਗਾ ਉੱਥੇ ਮੁੰਡੇ ਗੇੜੇ ਬੜੇ ਮਾਰਦੇ ਆ, ਗੇੜੀਆਂ ਮਾਰਦੇ ਆ। ਤੇ ਸ਼ਾਮ ਨੂੰ ਜਦੋਂ ਰੇੜੀਆਂ ਲੱਗਦੀਆਂ ਉੱਥੇ ਬਾਜ਼ਾਰ ਲੱਗਦਾ, ਤੇ ਜਿਹਨੇ 1 ਕੱਪ ਚਾਹ ਪੀਣੀ ਉਹ 6 ਕੱਪ ਚਾਹ ਪੀਂਦਾ ਕਿ ਟਾਈਮ ਪਾਸ ਹੋਵੇ। ਤੇ ਉੱਥੇ ਕੁੜੀਆਂ ਨੂੰ ਛੇੜਦੇ ਆ ਜੀ, ਉੱਥੇ ਸਨੈਚਿੰਗ ਹੁੰਦੀ ਹੈ ਜੀ ਉੱਥੇ। ਤੇ ਅਸੀਂ ਹੁਣ ਚੰਡੀਗੜ੍ਹ ਯੂਟੀ ਉਹਨਾਂ ਨੂੰ ਲੈਟਰ ਕੱਢ ਦਿੱਤਾ ਹੈਗਾ ਐਸਐਸਪੀ ਸਾਹਿਬ ਨੂੰ, ਸੂਮੋਟੋ ਕੋਗਨੀਅੰਸ ਸਾਡੇ ਚੇਅਰਮੈਨ ਸਾਹਿਬ ਨੇ ਤੇ ਮੈਂਬਰ ਸਾਹਿਬ ਗੁਰਬੀਰ ਜੀ ਨੇ ਲਿੱਤਾ ਹੈਗਾ। ਤੇ ਅਸੀਂ ਉਹਦੇ 'ਚ ਉਹਨਾਂ ਨੂੰ ਕਿਹਾ ਕਿ ਸਾਨੂੰ ਇਹਦਾ ਜਵਾਬ ਜਿਹੜਾ 30/11/26 ਤੱਕ ਚਾਹੀਦਾ ਹੈ ਕਿ ਕਿਉਂ ਨਹੀਂ ਉੱਥੇ ਲੇਡੀਜ਼ ਪੁਲਿਸ ਤੈਨਾਤ ਹੋ ਸਕਦੀ, ਕਿਉਂ ਨਹੀਂ ਉੱਥੇ ਇੱਕ ਪਿੰਕ ਬੂਥ ਬਣ ਸਕਦਾ, ਕਿਉਂ ਨਹੀਂ ਉੱਥੇ ਹਰ ਵੇਲੇ ਪੀਸੀਆਰ ਦੀ ਗੱਡੀ ਖੜੀ ਹੋ ਸਕਦੀ, ਤੇ ਜਿਹੜੇ ਗੇੜੀ ਵਾਲੇ ਨੇ ਇਹਨਾਂ ਦੇ ਗੇੜੇ ਬੰਦ ਕਿਉਂ ਨਹੀਂ ਹੋ ਸਕਦੇ। ਇਸ ਕਰਕੇ ਮੈਨੂੰ ਲੱਗਦਾ ਹੈ ਪਹਿਲੀ ਵਾਰ ਇਤਿਹਾਸਿਕ ਕੰਮ ਹੋਇਆ ਤੇ ਇਹਦਾ ਇੱਕ ਕੋਈ ਨਾ ਕੋਈ ਰਿਜ਼ਲਟ ਨਿਕਲੇਗਾ। ਅਗਰ ਸਾਡਾ ਇੱਥੇ ਸਕਸੈਸ ਰਿਹਾ ਤੇ ਅਸੀਂ ਬਾਕੀ ਵੀ ਜਿੱਥੇ ਜਿੱਥੇ ਸ਼ਿਕਾਇਤਾਂ ਨੇ, ਚਾਹੇ ਉਹ ਕਿਸੇ ਵੀ ਯੂਨੀਵਰਸਿਟੀ ਦੇ ਆਸ-ਪਾਸ ਨੇ, ਸਰ ਤੁਹਾਡੇ ਕੋਲ ਸ਼ਿਕਾਇਤਾਂ ਬਹੁਤ ਵਾਰ ਆਈਆਂ ਨੇ, ਪਰ ਅਸੀਂ ਕਹਿੰਦੇ ਹਾਂ ਕਿ ਜਦ ਤੱਕ ਉਸ ਜਨਤਕ ਨਾ ਹੋ ਜਾਏ, ਸਾਰਵਜਨਿਕ ਨਾ ਹੋਏ। ਹੁਣ ਜਿਵੇਂ ਇੰਡੀਵਿਜੂਅਲ ਕੋਈ ਆਉਂਦੀ ਹੈ ਤੇ ਅਸੀਂ ਇੰਨਾ ਅਸਰ ਨਹੀਂ ਪੈਂਦਾ, ਲੇਕਿਨ ਇਹ ਤੇ ਗੇੜੀ ਵਾਲਾ ਕੰਮ ਤੇ ਜ਼ਿਆਦਾ ਹੀ ਵੱਧ ਗਿਆ ਸੀ, ਇਹਨੂੰ ਨਹੀਂ ਬਖਸ਼ਿਆ ਜਾਏਗਾ। ਜਿਵੇਂ ਵੀਜ਼ਾ ਵਾਲਾ ਕੰਮ ਛੁਪ ਕੇ ਚੱਲਦਾ ਰਿਹਾ, ਹੁਣ ਜਦੋਂ ਜਨਤਕ ਹੋ ਗਿਆ, ਫੈਲ ਗਿਆ, ਔਰ ਜਦੋਂ ਮੈਂ ਕਹਿਣਾ ਸ਼ੁਰੂ ਕਰਤਾ ਤੇ ਲੋਕਾਂ ਨੇ ਮੇਰੇ ਕੋਲ ਵੱਧ ਚੜ ਕੇ ਆਉਣ ਲੱਗ ਗਏ। ਇੱਕੋ ਹੀ ਏਜੰਟ ਦੇ ਖਿਲਾਫ 272 ਐਪਲੀਕੇਸ਼ਨ ਇੱਕ ਦਿਨ ਚ ਆ ਜਾਣ, ਇਹ ਮਜ਼ਾਕ ਹੈ ਕੋਈ ਯਾਰ? ਇਹ ਤਾਂ ਮਤਲਬ ਇੰਨਾ ਵੱਡੀ ਗੁੰਡਾਗਰਦੀ ਹੋ ਗਈ ਹੈ ਤੇ ਸਾਰੇ ਕਾਨੂੰਨ ਤੱਤਾ ਕਰਤੇ ਉਹਨਾਂ ਨੇ। ਤੇ ਮੈਨੂੰ ਲੱਗਦਾ ਹੈ ਇਹ ਗੇੜੀ ਰੂਟ ਵਾਲਾ ਐਕਸ਼ਨ ਹੀ ਸਾਡਾ ਬੜਾ ਸਕਸੈਸ ਹੈਗਾ। ਧੰਨਵਾਦ ਸਰ। ਤੇ ਇਸੇ ਸਾਡੇ ਨਾਲ ਗੱਲ ਕਰਨ ਦੇ ਲਈ ਸ਼ੰਟੀ ਸਰ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਚਾਹੇ ਭਾਵੇਂ ਗੇੜੀ ਰੂਟ ਹੋਵੇ ਚੰਡੀਗੜ੍ਹ ਦਾ, ਭਾਵੇਂ ਇਮੀਗ੍ਰੇਸ਼ਨ ਵਾਲਾ ਹੋਵੇ, ਹੁਣ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ। ਕੈਮਰਾਮੈਨ ਜੱਸੀ ਦੇ ਨਾਲ ਚੰਡੀਗੜ੍ਹ ਤੋਂ TV9 ਲਈ ਅਮਨਪ੍ਰੀਤ ਕੌਰ।